ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਅੱਜ ਦਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ, ਜਿੱਥੇ ਅਸੀਂ ਇਹਦੇ ਵਿੱਚ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਜਿਹੜੀਆਂ ਇਮੀਗ੍ਰੇਸ਼ਨ ਦੀਆਂ ਇੰਪੋਰਟੈਂਟ ਖਬਰਾਂ ਹੁੰਦੀਆਂ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਇਸ ਵੀਕ ਦੀਆਂ ਅਪਡੇਟਸ ਦੀ ਗੱਲ ਕਰਦੇ ਹਾਂ ਤੇ ਇੱਕ ਇੰਪੋਰਟੈਂਟ ਖਬਰ ਇਹ ਹੈਗੀ ਆ ਕਿ USCIS ਨੇ ਜਿਹੜੀ ਆ ਉਹ ਪ੍ਰੀਮੀਅਮ ਪ੍ਰੋਸੈਸਿੰਗ ਐਕਸਪੈਂਡ ਕਰਤੀ ਆ ਤੇ ਜਿਨ੍ਹਾਂ ਨੇ ਕਿ FM ਤੇ J ਵੀਜ਼ਾ ਦੇ ਵਿੱਚ ਨਾਨ ਇਮੀਗ੍ਰੈਂਟ ਸਟੇਟਸ ਆਪਣਾ ਚੇਂਜ ਕਰਨਾ। The USCIS today announced the expansion of premium processing for applicants filing I-539 application to extend change non-immigrant status to F1, F2, M1, M2, J1 और J2। सो ਜਿਹੜੇ F1 ਆ F2 ਆ ਜਿਹੜੇ ਕਿ ਸਟੂਡੈਂਟ ਵੀਜ਼ਾ, M1, M2, J1, J2 ਇਹਨਾਂ ਦੇ ਵਿੱਚ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਹੋਏਗੀ, ਜਿਹੜੀ ਕਿ ਫਾਰਮ I-907 ਤੇ ਹੋਏਗੀ, ਉਹ ਫਾਸਟ ਹੈ ਤੇ ਉਹਦੀ ਐਕਸਟਰਾ ਫੀਸ ਵਗੈਰਾ ਜਿਹੜੀ ਆ ਉਹ ਹੋਏਗੀ। ਜੂਨ 13 ਤੋਂ USCIS ਐਕਸੈਪਟ ਕਰੇਗੀ ਫਾਰਮ I-907 907 ਨੰਬਰ ਤੇ ਔਨਲਾਈਨ ਜਾਂ ਪੇਪਰ ਫਾਈਲਿੰਗ ਤੇ ਜਿਹੜੇ ਬੰਦਿਆਂ ਨੇ ਆਪਣਾ ਸਟੇਟਸ ਇੱਥੇ ਚੇਂਜ ਕਰਨਾ, ਜਿਵੇਂ ਕੋਈ ਬੰਦੇ ਵਿਜ਼ਟਰ ਵੀਜ਼ੇ ਤੇ ਆਏ ਆ ਉਹਨਾਂ ਨੇ ਅੱਗੇ ਚੇਂਜ ਕਰਨਾ, ਜਾਂ ਉਸ ਵੀਜ਼ੇ ਤੇ ਹੀ ਆਏ ਆ, ਜਿਵੇਂ ਕੋਈ F1 ਤੇ ਆਇਆ ਉਹਨੇ ਗਾਂਹ ਕਿਤੇ ਹੋਰ ਐਡਮਿਸ਼ਨ ਲੈਣੀ ਚੇਂਜ ਕਰਨਾ, ਜੇ ਕੋਈ ਵਿਜ਼ਟਰ ਤੇ ਆਇਆ ਉਹਨੇ ਜੇ ਚੇਂਜ ਕਰਨਾ ਉਹ ਵੀ to F1, F2, M1, M2, J1 and J2 ਸਟੇਟਸ। ਤੇ ਫਿਰ 26 ਜੂਨ ਤੋਂ ਬਾਅਦ ਉਹ ਫਿਰ ਜਿਹੜੀਆਂ ਹੈਗੀਆਂ ਉਹ ਐਪਲੀਕੇਸ਼ਨਾਂ ਜਿਹੜੀਆਂ ਐਕਸੈਪਟ ਕਰਨਗੇ, ਜਿਹੜੀਆਂ ਕਿ ਫਾਈਲ ਇਕੱਠੀਆਂ ਹੋਣਗੀਆਂ I-539 ਦੇ ਨਾਲ ਤੇ ਪ੍ਰੀਮੀਅਮ ਪ੍ਰੋਸੈਸਿੰਗ ਦੇ ਨਾਲ। ਲੇਕਿਨ ਜਿਨ੍ਹਾਂ ਦਾ ਪੈਂਡਿੰਗ ਆ, ਫਰਜ਼ ਕਰੋ ਕਿਸੇ ਬੰਦੇ ਦਾ ਆਲਰੇਡੀ ਫਾਈਲ ਕੀਤਾ ਹੋਇਆ, ਉਹ ਆਪਣੇ ਆਪ ਨੂੰ ਪ੍ਰੀਮੀਅਮ 'ਚ ਕਨਵਰਟ ਕਰਨਾ ਚਾਹੁੰਦਾ, ਉਹ ਜੂਨ 13 ਤੋਂ ਹੀ ਸ਼ੁਰੂ ਹੋ ਜਾਏਗਾ। ਸੋ ਇਹ ਬੜੀ ਇੰਪੋਰਟੈਂਟ ਖਬਰ ਹੈ, ਕਿਉਂਕਿ ਇਹਦੇ ਨਾਲ ਪ੍ਰੀਮੀਅਮ ਪ੍ਰੋਸੈਸਿੰਗ ਨਾਲ ਕਾਫੀ ਫਾਸਟ ਜਿਹੜੀ ਪ੍ਰੋਸੈਸਿੰਗ ਹੋ ਜੂਗੀ ਇਹਨਾਂ ਵੀਜ਼ਿਆਂ ਤੇ, ਜਿਨ੍ਹਾਂ ਵਿੱਚ ਕਿ ਵੀਜ਼ਿਆਂ ਦੇ ਨਾਂ ਹੈਗੇ ਆ F1, F2, M1, M2, J1, J2 ਤੇ ਇਹਨਾਂ ਦੇ ਵਿੱਚ ਜੇ ਕਿਸੇ ਨੇ ਆਪਣਾ ਸਟੇਟਸ ਚੇਂਜ ਕਰਨਾ ਤਾਂ ਅੱਗੇ ਨਾਲੋਂ ਬਹੁਤ ਫਾਸਟ ਹੋ ਜਾਏਗਾ। ਅਗਲੀ ਖਬਰ ਹੈਗੀ ਆ ਕਿ USCIS ਨੇ ਸਿਟੀਜ਼ਨਸ਼ਿਪ ਤੇ ਇੰਟੈਗ੍ਰੇਸ਼ਨ ਗ੍ਰਾਂਟ ਪ੍ਰੋਗਰਾਮ ਕੀਤਾ ਆ ਤੇ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਬੰਦੇ ਮਤਲਬ ਜਿਹੜੀ ਕਿ ਪ੍ਰਮੋਟ ਕਰਨ ਲਈ ਵੀ ਜਿਹੜੇ ਟੈਸਟ ਵਗੈਰਾ ਦਿੰਦੇ ਇੰਗਲਿਸ਼ ਦੇ ਜਾਂ ਤਿਆਰੀ ਕਰਾਉਂਦੇ ਆ, ਤੇ ਉਹਦੇ ਵਾਸਤੇ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਹੈਗੀਆਂ ਉਹਨਾਂ ਨੂੰ ਉਹ ਇਹ ਓਪਰਚੁਨਿਟੀ ਦੇਣਗੇ ਕਿ ਉਹ ਲੋਕਾਂ ਦੀ ਜਿਹੜੀ ਤਿਆਰੀ ਤੁਰੀ ਕਰਾਉਣ, ਜਿਨ੍ਹਾਂ ਦੇ ਜਿਹੜੇ ਮਤਲਬ ਟੈਸਟ ਹੁੰਦਾ ਉਹਦੀ, ਜਾਂ ਉਹਨਾਂ ਦੀ ਇਹਦੇ ਵਿੱਚ ਹੈਲਪ ਕਰਨ। ਤੇ ਉਹਦੇ ਵਿੱਚ ਉਹਨਾਂ ਨੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਅੱਗੇ ਆਉਣ ਨੂੰ ਕਿਹਾ, ਕਿਉਂਕਿ ਸਰਕਾਰ ਚਾਹੁੰਦੀ ਆ ਵੀ ਵੱਧ ਤੋਂ ਵੱਧ ਬੰਦੇ ਸਿਟੀਜ਼ਨ ਬਣਨ ਤੇ ਜਿਨ੍ਹਾਂ ਨੇ ਟੈਸਟ ਦੇਣਾ ਜਾਂ ਤਿਆਰੀ ਕਰਾਉਣੀ ਆ ਉਹਨਾਂ ਲਈ ਆ। ਪਰ ਜਿਹੜੇ ਉਹ ਬੰਦੇ ਨੇ ਜਿਹੜੇ ਕਿ ਟੈਸਟ ਨਹੀਂ ਦੇ ਸਕਦੇ, ਜਿਨ੍ਹਾਂ ਨੂੰ ਅੰਗਰੇਜ਼ੀ ਦੀ ਪ੍ਰੋਬਲਮ ਹੈ, ਉਹ ਇੱਕ ਫਾਰਮ N-648 ਹੁੰਦਾ, ਉਹ ਡਾਕਟਰ ਦਾ ਭਰ ਕੇ ਤੇ ਉਹਦੀ ਬੇਸ 'ਤੇ ਆਪਣਾ ਉਹ ਕਰ ਸਕਦੇ ਆ। ਉਹਦੇ ਲਈ ਇਹਦੀ ਲੋੜ ਨਹੀਂ ਹੈਗੀ, ਉਹ ਤੁਹਾਡਾ ਜਿਹੜਾ ਪ੍ਰਾਇਮਰੀ ਫਿਜ਼ੀਸ਼ੀਅਨ ਆ, ਜੇ ਉਹਨੇ ਫਾਰਮ ਭਰਿਆ ਹੋਵੇ ਉਹਦੀ ਬੇਸ 'ਤੇ ਟੈਸਟ ਜਿਹੜਾ ਉਹ ਮਾਫ ਹੋ ਜਾਂਦਾ। ਅਗਲੀ ਇੰਪੋਰਟੈਂਟ ਜਿਹੜੀ ਖਬਰ ਹੈਗੀ ਆ ਕਿ ਉਹ ਇਹ ਆ ਕਿ ਅਨਲੌਫੁਲ ਐਂਟਰੀਜ਼ ਐਟ ਸਦਰਨ ਬਾਰਡਰ ਡਾਊਨ 70% ਸਿੰਸ ਟਾਈਟਲ 42 ਐਂਡ। ਇਹ ਡਾਟਾ ਆ ਜੀ ਸਰਕਾਰ ਦਾ ਵੀ ਜਦੋਂ ਤੋਂ ਟਾਈਟਲ 42 ਐਂਡ ਹੋਇਆ, ਜਿਹੜਾ ਕਿ ਮਈ 11 ਤੇ 12 ਨੂੰ ਹੋਇਆ, ਉਹਦੇ ਤੋਂ ਬਾਅਦ ਜਿਹੜੀ ਐਂਟਰੀ ਆ ਉਹ 70% ਘਟ ਗਈ ਆ। ਤੇ ਹੁਣ ਉਹ ਕਹਿ ਰਹੇ ਆ ਕਿ ਅੱਗੇ ਪਹਿਲਾਂ ਤਕਰੀਬਨ 10,000 ਬੰਦਾ ਰੋਜ਼ ਐਂਟਰ ਕਰਦਾ ਸੀ, ਹੁਣ ਤਕਰੀਬਨ 3400 ਕਰ ਰਿਹਾ। ਲੇਕਿਨ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਕਿ ਜ਼ਿਆਦਾ ਇਫੈਕਟ ਜਿਹੜਾ ਇੱਥੇ ਪਿਆ ਉਹ ਜਿਹੜੇ ਬੰਦੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਆ, ਜਿਵੇਂ ਕਿ ਗੁਆਟੇਮਾਲਾ ਹੋ ਗਿਆ, ਵੈਨਜ਼ੂਏਲਾ ਹੋ ਗਿਆ, ਹੰਡੋਰਸ ਹੋ ਗਿਆ, ਐਲ ਸੈਲਵਾਡੋਰ ਵਗੈਰਾ, ਉਹਨਾਂ 'ਤੇ ਜ਼ਿਆਦਾ ਇਫੈਕਟ ਆ। ਜਿਹੜੇ ਆਪਣੇ ਇੰਡੀਆ ਤੋਂ ਲੋਕ ਆ ਰਹੇ ਆ, ਪੰਜਾਬ ਹਰਿਆਣਾ ਵਗੈਰਾ ਤੋਂ, ਉਹਨਾਂ 'ਤੇ ਇਹਦਾ ਕੋਈ ਖਾਸ ਇਫੈਕਟ ਨਹੀਂ। ਉਦੋਂ ਬਾਅਦ ਲੋਕ ਆਈ ਜਾ ਰਹੇ ਆ। ਸਾਡੇ ਆਫਿਸ ਦੇ ਵਿੱਚ ਮਈ 12 ਤੋਂ ਬਾਅਦ ਹੁਣ ਤੱਕ ਕਾਫੀ ਲੋਕਾਂ ਨੇ ਆ ਕੇ ਕੇਸ ਲਾਏ ਜਿਹੜੇ ਨੇ ਕਿ ਕ੍ਰੋਸ ਕੀਤਾ। ਪਿਛਲੇ ਹਫਤੇ ਵੀ ਸਾਡੇ ਕੋਲ 8-10 ਕੇਸ ਆਏ ਜਿਨ੍ਹਾਂ ਨੇ ਕ੍ਰੋਸ ਕੀਤਾ ਆ ਬਾਰਡਰ ਤੋਂ। ਆਪਣੇ ਬੰਦੇ ਜਿਹੜੇ ਨੇ ਉਹਨਾਂ ਨੂੰ ਐਂਟਰੀ ਦੇ ਰਹੇ ਆ, ਪਰ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਵਾਲੇ ਆ ਉਹਨਾਂ ਦੇ ਬਾਰਡਰ ਦਾ ਜਿਹੜਾ ਡਰੋਪ ਹੈ ਉਹ ਇਹ ਹੋ ਰਿਹਾ। ਇਹ ਤੋਂ ਇਲਾਵਾ ਫਲੋਰੀਡਾ ਨੇ ਐਡਮਿਟ ਕੀਤਾ ਕਿ ਉਹਨਾਂ ਨੇ ਜਿਹੜੇ ਉੱਥੇ ਇਮੀਗ੍ਰੈਂਟਸ ਆਏ ਸੀ ਉਹਨਾਂ ਨੂੰ ਸੈਕਰਾਮੈਂਟੋ, ਕੈਲੀਫੋਰਨੀਆ ਤੇ ਹੋਰਾਂ ਥਾਵਾਂ 'ਤੇ ਮਤਲਬ ਪਲੇਨਾਂ ਦੇ ਵਿੱਚ ਬਿਠਾ ਕੇ ਟਰਾਂਸਪੋਰਟ ਕੀਤਾ। ਤੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊਸਮ, ਇਹਨਾਂ ਨੇ ਕਿਹਾ ਵੀ ਅਸੀਂ ਕੇਸ ਚਲਾਵਾਂਗੇ ਫਲੋਰੀਡਾ 'ਤੇ ਕਿਡਨੈਪਿੰਗ ਦਾ, ਉੱਥੋਂ ਦੇ ਜਿਹੜੇ ਹੈਗੇ ਲੀਡਰਾਂ ਦੇ ਉੱਤੇ ਜਾਂ ਜਿਹੜੇ ਰਿਸਪੌਂਸੀਬਲ ਨੇ ਆਫਿਸਰਸ ਉਹਨਾਂ ਦੇ ਉੱਤੇ, ਕਿਉਂਕਿ ਇਹਨਾਂ ਨੇ ਧੱਕੇ ਨਾਲ ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਬਿਨਾਂ ਮਰਜ਼ੀ ਤੋਂ ਉੱਥੋਂ ਚੱਕ ਕੇ ਸੈਕਰਾਮੈਂਟੋ ਭੇਜਤਾ। ਤੇ ਇਹਦੇ 'ਚ ਜਿਹੜੇ ਕੈਲੀਫੋਰਨੀਆ ਦੇ ਜਿਹੜਾ ਗਵਰਨਰ ਨੇ ਗੈਵਨ ਨਿਊਸਮ, ਉਹਨਾਂ ਦਾ ਇਹ ਬਿਆਨ ਆਇਆ ਕਿ ਜਿਹੜੇ ਇਹ ਬੰਦੇ ਨੇ ਜਿਨ੍ਹਾਂ ਨੂੰ ਇੱਦਾਂ ਭੇਜਿਆ ਗਿਆ ਸੀ ਉਹਨਾਂ ਦੇ ਉੱਤੇ ਕੇਸ ਕਰਾਂਗੇ। ਇੱਕ ਹੋਰ ਖਬਰ ਹੈ ਜੀ USCIS ਤੋਂ ਕਿ ਜਿਹੜੀਆਂ H1B ਦੀਆਂ ਸੈਲਰੀਜ਼ ਨੇ ਉਹ ਅੱਗੇ ਐਵਰੇਜ ਨਾਲੋਂ ਜ਼ਿਆਦਾ ਹੋ ਗਈਆਂ। ਹੁਣ ਜਿਹੜੀਆਂ ਕੰਪਿਊਟਰ ਰਿਲੇਟਡ ਵਰਕ ਆ
ਜਿਹੜਾ H1B ਕਰਦੇ ਨੇ, ਜਿਹਦੇ ਵਿੱਚ ਕਿ ਖਾਸ ਕਰਕੇ ਹਾਈਟੈਕ ਕੰਪਨੀਜ਼ ਦੀ ਉਹਦੀ ਜਿਹੜੀ ਐਵਰੇਜ ਸੈਲਰੀ ਆ ਉਹ 1,30,000 ਸਾਲ ਦੀ ਆ, ਅਤੇ ਉਹ ਅੱਗੇ ਨਾਲੋਂ ਉਹ ਕਹਿੰਦੇ ਹੈਗੇ ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਵਧੀ ਆ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਇਹ ਹੈਗੀ ਆ ਕਿ ਲੌਕਸਬੌਕ ਜਿਹੜੀ ਫਾਈਲਿੰਗ ਲੋਕੇਸ਼ਨ ਹੈਗੀ ਅਪਡੇਟ ਉਹ ਕੀਤੀ ਆ USCIS ਨੇ ਆਪਣੇ ਵੈਬ ਪੇਜ 'ਤੇ, ਅਤੇ ਇਹਦੇ ਬਾਰੇ ਵੀ ਜਿਹਨੇ ਜਾਣਕਾਰੀ ਕੋ ਕਾਫੀ ਜਿਹੜੀਆਂ ਪਟੀਸ਼ਨਾਂ ਹੁੰਦੀਆਂ ਨੇ ਉਹ ਲੌਕ ਬਾਕਸ ਦੇ ਵਿੱਚ ਫਾਈਲ ਕੀਤੀਆਂ ਜਾਂਦੀਆਂ ਨੇ, ਜਿਵੇਂ I-130 ਕਿਸੇ ਨੇ ਕਰਨੀ ਆ, 485 ਕਰਨਾ, ਜਿਵੇਂ ਕਿਸੇ ਨੇ ਕਿਸੇ ਦਾ ਹਸਬੈਂਡ ਵਾਈਫ ਦਾ ਅਪਲਾਈ ਕਰਨਾ, ਜਾਂ ਕਿਸੇ ਨੇ ਗਾਰਡੀਅਨਸ਼ਿਪ ਦੇ ਗ੍ਰੀਨ ਕਾਰਡ ਕਰਨਾ, ਜਾਂ ਅਸੈਲੀ ਰਿਲੇਟਿਵ ਜਿਹੜਾ ਗ੍ਰੀਨ ਕਾਰਡ ਕਰਨਾ, ਜਾਂ ਇਸ ਕਿਸਮ ਦੀਆਂ ਜਿਹੜੀਆਂ ਪਟੀਸ਼ਨਾਂ ਨੇ ਉਹ ਲੌਕ ਬਾਕਸ ਇਹਨਾਂ ਦਾ ਜਿਹੜਾ ਐਡਰੈਸ ਉੱਥੇ ਕੀਤੀਆਂ ਜਾਂਦੀਆਂ ਨੇ, ਉਹਨੂੰ ਅਪਡੇਟ ਕੀਤਾ ਗਿਆ, ਅਤੇ ਉਹਦੇ ਮੁਤਾਬਕ ਉਹ ਹੁਣ ਮੇਲ ਕਰਨ ਤੋਂ ਪਹਿਲਾਂ ਚੈੱਕ ਕਰਨਾ ਜਿਹੜਾ ਜ਼ਰੂਰੀ ਆ, ਤਾਂ ਕਿ ਜਿਹੜੀ ਉਹ ਕੈਟੇਗਰੀ ਆ ਉਹਦੀ ਜਿਹੜੀ ਮੇਲ ਆ ਉਹ ਕਿਹੜੇ ਲੌਕ ਬਾਕਸ ਦੇ ਵਿੱਚ ਜਾਏਗੀ, ਅੱਗੇ ਨਾਲੋਂ ਉਹਦੇ ਵਿੱਚ ਚੇਂਜਸ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਇਸੇ ਤਰ੍ਹਾਂ ਹੀ ਜਿਹੜੇ ਅਸੈਲਮ ਦੇ ਅਫਰਮੇਟਿਵ ਅਸੈਲਮ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਜਿਹੜੀਆਂ ਜਾ ਰਹੀਆਂ, ਉਹਦੇ ਵਿੱਚ ਵੀ ਉਹਨਾਂ ਨੇ ਕੁਝ ਚੇਂਜਸ ਕੀਤੀਆਂ ਨੇ ਵੀ ਕਿੱਥੇ ਮੇਲ ਹੋਣਗੀਆਂ, ਕਿਉਂਕਿ ਜਿਹੜਾ ਅਸੈਲਮ ਬੰਦਾ ਇੱਥੇ ਫੜਿਆ ਜਾਂਦਾ ਉਹਦਾ ਕੇਸ ਕੋਰਟ ਚੱਲਦਾ, ਉਹਦਾ ਕੋਰਟ ਦੇ ਵਿੱਚ ਅਪਲੋਡ ਹੁੰਦਾ, ਪਰ ਜਿਹੜੇ ਨਹੀਂ ਫੜੇ ਜਾਂਦੇ ਜਾਂ ਜਿਨ੍ਹਾਂ ਦੇ ਕੇਸ ਕੋਰਟ 'ਚ ਨਹੀਂ ਜਾਂਦੇ ਜਾਂ ਕੋਈ ਵੀਜ਼ਾ ਲੈ ਕੇ ਆਏ ਆ ਜਾਂ ਉਸ ਤਰ੍ਹਾਂ, ਉਹਨਾਂ ਨੂੰ ਕਹਿੰਦੇ ਅਫਰਮੇਟਿਵ ਅਸੈਲਮ। ਉਹ ਅਸੈਲਮ ਦੀ ਐਪਲੀਕੇਸ਼ਨ ਜਿਹੜੀ ਉਹ ਮੇਲ ਕੀਤੀ ਜਾਂਦੀ ਹੈ ਸਰਵਿਸ ਸੈਂਟਰ ਦੇ ਵਿੱਚ, ਜਾਂ ਕਈ ਔਨਲਾਈਨ ਵੀ ਲਾਉਂਦੇ ਆ, ਉਹ ਜਿਹੜੀ ਮੇਲਿੰਗ ਆ ਉਹਦੇ ਵਾਸਤੇ ਜਿਹੜਾ ਐਡਰੈਸ ਆ ਉਹ ਇਮੀਗ੍ਰੇਸ਼ਨ ਨੇ ਹੁਣ ਚੇਂਜ ਕੀਤੇ ਨੇ, ਉਹ ਜਿਹੜੇ ਸਰਵਿਸ ਸੈਂਟਰ ਨੇ ਉਹਨਾਂ ਦੇ ਵਿੱਚ ਅਪਡੇਟ ਕੀਤੀ ਗਈ ਆ, ਅਤੇ ਉਹ ਅਪਡੇਟ ਜਿਹੜੀ ਆ ਉਹ ਵੀ ਇੰਪੋਰਟੈਂਟ ਹੈਗੀ ਆ। ਜਿਨ੍ਹਾਂ ਨੇ ਵੀ ਅਪਲਾਈ ਕਰਨਾ ਉਹਨਾਂ ਨੂੰ ਚਾਹੀਦਾ ਵੀ ਉਹਦੇ ਬਾਰੇ ਉਹ ਪਹਿਲਾਂ ਇੱਕ ਵਾਰੀ ਚੈੱਕ ਕਰ ਲੈਣ ਕਿ ਉਹ ਫਾਰਮ ਜਿਹੜਾ ਮਤਲਬ ਸਟੇਟਾਂ ਦੇ ਮੁਤਾਬਕ ਆ ਵੀ ਜੇ ਤੁਸੀਂ ਫਲਾਣੀ ਸਟੇਟ 'ਚ ਰਹਿੰਦੇ ਤਾਂ ਇੱਥੇ ਜਾਏਗਾ, ਇੱਥੇ ਰਹਿੰਦੇ ਤਾਂ ਇੱਥੇ ਜਾਏਗਾ, ਉਹ ਇੱਕ ਅਪਡੇਟ ਜਿਹੜੀ ਆ ਉਹ ਇੱਕ ਵਾਰੀ ਦੇਖਣੀ ਬੜੀ ਜ਼ਰੂਰੀ ਹੈ। ਇਸ ਤੋਂ ਇਲਾਵਾ ਹੋਰ ਬੜੀ ਇੰਪੋਰਟੈਂਟ ਖਬਰ ਆਈ ਆ, ਉਹ ਕਹਿ ਰਹੇ ਆ ਕਿ 14% ਜਿਹੜੀਆਂ ਇੱਥੇ ਇਮੀਗਰੈਂਟਸ ਨੇ ਉਹਨਾਂ ਦੇ ਵਿੱਚ ਵੂਮਨ ਨੇ, ਅਤੇ ਉਹ ਇਹ ਕਹਿ ਰਹੇ ਆ ਵੀ ਜਿਹੜੀ ਇਮੀਗਰੈਂਟਸ ਇੱਥੇ ਅਮਰੀਕਾ ਦੇ ਵਿੱਚ ਆਉਂਦੇ ਆ ਉਹਨਾਂ ਜਿਹੜੀ ਵੂਮਨ ਦੀ ਪਰਸੈਂਟੇਜ ਆ ਉਹ ਤਕਰੀਬਨ 14% ਆ, ਤਾਂ ਬਾਕੀ ਜਿਹੜੇ ਆ ਉਹ ਮੇਲ ਆ। ਇੱਕ ਹੋਰ ਇੰਪੋਰਟੈਂਟ ਖਬਰ ਹੈਗੀ ਆ ਕਿ USCIS ਜਿਹੜੀ ਆਈਸ ਆ ਉਹਦੀ ਇੱਕ ਇੰਟਰਨਲ ਇਨਵੈਸਟੀਗੇਸ਼ਨ ਹੋਈ ਹੈ, ਜਿਹਦੇ ਵਿੱਚ ਕਿ ਸ਼ੋਅ ਕੀਤਾ ਗਿਆ ਕਿ 8 ਸਾਲ ਦੀ ਇੱਕ ਬੱਚੀ ਦੀ ਯਾਨੀ ਕਿ ਡੈਥ ਹੋ ਗਈ ਉਹਨਾਂ ਦੀ ਕਸਟਡੀ ਦੇ ਵਿੱਚ, ਜਿਹੜੀ ਕਿ ਉਹਨਾਂ ਦੀ ਕੇਅਰਲੈਸਨੈਸ ਕਰਕੇ ਹੋਈ ਹੈ। ਐਨ ਇੰਟਰਨਲ ਇਨਵੈਸਟੀਗੇਸ਼ਨ ਇਨਟੂ ਦ ਡੈਥ ਆਫ ਏ ਮੈਡੀਕਲੀ ਵਰਨੇਬਲ 8-year-old girl over a week in border patrol custody continues to reveal shocking negligence on the part of medical contractors and border patrol employees। ਮਈ 17 ਨੂੰ ਮੌਤ ਹੋਈ ਸੀ 8 ਸਾਲ ਦੀ ਇੱਕ ਜਿਹੜੀ ਇਹ ਲੜਕੀ ਦੀ, ਜਿਹਦਾ ਨਾਂ ਹੈਗਾ ਐਨਾਡਿਥ ਡੈਨੇ ਰੇਈਜ਼ ਐਲਵਰਸ। ਇਹ ਪਨਾਮਾ ਦੇ ਤੋਂ ਆਈ ਸੀਗੀ, ਹੰਡੋਰੀਅਨ ਪੇਰੈਂਟਸ ਇਹਦੇ ਸੀਗੇ, ਅਤੇ ਇਹਦੀ ਜਿਹੜੀ ਸੀਗੀ ਉਹ ਮੈਡੀਕਲ ਕੰਡੀਸ਼ਨ ਸੀ ਜਿਹਦੇ ਬਾਰੇ ਕਿ ਜਦੋਂ ਇੱਥੇ ਇਹਨਾਂ ਨੂੰ ਫੜਿਆ ਗਿਆ ਤਾਂ ਉਹਦਾ ਕੋਈ ਖਿਆਲ ਨਹੀਂ ਰੱਖਿਆ ਗਿਆ, ਕੋਈ ਇਹਦੀ ਜਿਹੜੀ ਹੈਗੀ ਕਿਸੇ ਡਾਕਟਰ ਕੋਲ ਇਲਾਜ ਨਹੀਂ ਕਰਾਇਆ ਗਿਆ, ਅਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ। ਅਤੇ ਇਹਦੇ 'ਤੇ ਹੁਣ ਜਿਹੜੀ ਇੰਟਰਨਲ ਇਨਵੈਸਟੀਗੇਸ਼ਨ ਨੇ ਕਿਹਾ ਵੀ ਇਹਨਾਂ ਦੀ ਗਲਤੀ ਆ, ਜਿਹੜੇ ਵੀ ਉੱਥੇ ਆਫਿਸਰ ਸੀਗੇ, ਅਤੇ ਉਹਨਾਂ ਦੇ ਖਿਲਾਫ ਹੁਣ ਕਾਰਵਾਈ ਜਿਹੜੀ ਆ ਉਹ ਵੱਡੀ ਹੋਣ ਜਾ ਰਹੀ ਆ। ਇਹਦੇ ਖਿਲਾਫ ਕਾਫੀ ਜ਼ਿਆਦਾ ਇੱਥੇ ਜਿਹੜੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਇਹ ਜਿਹੜੀ ਆ ਉਹ ਇਸ਼ੂ ਜਿਹੜਾ ਹੈਗਾ ਉਹ ਚੱਕਿਆ ਹੋਇਆ। ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ ਅਪਡੇਟ ਹੈ ਜੀ ਕਿ ਅਸਾਈਲਮ ਦੇ ਕੇਸ ਪਾਸ ਹੋ ਰਹੇ ਆ। 4 ਕੇਸ ਆਪਣੇ ਆਫਿਸ ਦੇ ਇਸ ਪਿਛਲੇ ਵੀਕ ਦੇ ਵਿੱਚ ਪਾਸ ਹੋਏ ਆ। 2 ਨਿਊਯਾਰਕ ਹੋਏ ਆ, 2 ਕੈਲੀਫੋਰਨੀਆ ਹੋਏ ਆ, ਪਰ ਕਈ ਥਾਵਾਂ 'ਤੇ ਖਾਸ ਕਰਕੇ ਲਾਸ ਐਂਜਲਸ ਦੇ ਵਿੱਚ ਜਿਹੜੀਆਂ ਕੋਰਟਾਂ ਨੇ ਜਾਂ ਕਈ ਜਗ੍ਹਾ ਹੋਰ ਜਗ੍ਹਾ 'ਤੇ ਵੀ ਉੱਥੇ PD ਜਿਹੜੇ ਜੱਜ ਉਹ ਕਾਫੀ ਦੇ ਰਹੇ ਆ। PD ਦਾ ਮਤਲਬ ਇਹ ਹੁੰਦਾ ਕਿ ਕੇਸ ਨੂੰ ਜਿਹੜਾ ਹੈਗਾ ਡਿਸਮਿਸ ਕਰ ਦਿੰਦੇ ਆ ਵਿਦਆਊਟ ਪ੍ਰੈਜੂਡਿਸ। ਉਹ ਬੰਦਾ ਆਪਣਾ ਕੇਸ ਅਸਾਈਲਮ ਆਫਿਸ ਚਲਾ ਸਕਦਾ ਜਾਂ ਅਪੀਲ ਕਰ ਸਕਦਾ, ਡੈਪੂਟੇਸ਼ਨ ਨਹੀਂ ਲੱਗਦੀ। ਸੋ ਉਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਖਬਰਾਂ ਆ ਰਹੀਆਂ ਵੀ ਕਾਫੀ ਕੇਸਾਂ ਦੇ ਵਿੱਚ ਈਵਨ ਜਿਹੜੇ ਐਪਲੀਕੈਂਟ ਨੇ ਉਹ ਕਹਿ ਵੀ ਦੇਣ ਵੀ ਅਸੀਂ ਆਪਣਾ ਕੇਸ ਲੜਨਾ, ਜਿਹੜਾ ਗਵਰਨਮੈਂਟ ਦਾ ਵਕੀਲ ਹੁੰਦਾ ਉਹ ਇਹ ਗੱਲ ਨੂੰ ਕਹਿੰਦਾ ਵੀ ਨਹੀਂ ਇਹਨੂੰ PD ਦਿਓ, ਅਤੇ ਉਹ ਜੱਜ ਜਿਹੜੇ ਆ ਉਹ PD ਗ੍ਰਾਂਟ ਕਰ ਰਹੇ ਆ, ਪਰ PD ਦੇ ਨਾਲ ਕੋਈ ਡੈਪੂਟੇਸ਼ਨ ਨਹੀਂ ਲੱਗਦੀ, ਕੇਸ ਖਰਾਬ ਨਹੀਂ ਹੁੰਦਾ। ਉਹ ਬੰਦਾ ਆਪਣਾ ਕੇਸ ਜਿਹੜਾ ਅਸਾਈਲਮ ਆਫਿਸ ਦੇ ਵਿੱਚ ਵੀ ਪਰਸਿਊ ਕਰ ਸਕਦਾ, ਉਹਦੀ ਅਪੀਲ ਵੀ ਕਰ ਸਕਦਾ। ਅਤੇ ਇਹ ਅੱਜ ਕੱਲ੍ਹ ਵੀ ਰੁਝਾਨ ਕਾਫੀ ਜ਼ਿਆਦਾ ਜੱਜਾਂ ਦੇ ਵਿੱਚ ਜਿਹੜਾ ਉਹ ਪਾਇਆ ਜਾ ਰਿਹਾ। ਅਤੇ ਇਹ ਤਾਂ ਸੀਗੀਆਂ ਜੀ ਇੰਪੋਰਟੈਂਟ ਖਬਰਾਂ, ਅਤੇ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਆਪਾਂ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਹਦੇ 'ਚ ਇੱਕ ਤਾਂ ਕਈ ਲੋਕ ਜਿਹੜੇ ਸਾਡੀ ਤਾਰੀਫ ਕਰ ਰਹੇ ਆ ਕਿ ਤੁਸੀਂ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਹੋ, ਤੁਹਾਡਾ ਬੜਾ ਧੰਨਵਾਦ ਹੈ ਜੀ ਕਿ ਤੁਸੀਂ ਇਹਨੂੰ ਦੇਖਦੇ ਹੋ, ਸਾਨੂੰ ਰਿਸਪੌਂਸ ਦਿੰਦੇ ਹੋ, ਅਤੇ ਇਹਦੇ ਕਰਕੇ ਸਾਡਾ ਜਿਹੜਾ ਉਤਸ਼ਾਹ ਹੈਗਾ ਉਹ ਹੁੰਦਾ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰਾ ਬੇਟਾ US ਸਿਟੀਜ਼ਨ ਆ, ਅਤੇ ਉਹ ਹੁਣ US 'ਚ ਨਹੀਂ ਯੂਰਪ ਦੇ ਵਿੱਚ ਪੜ੍ਹ ਰਿਹਾ, ਅਤੇ ਉਸ ਤੋਂ ਬਾਅਦ ਅਸੀਂ ਉਹਨੂੰ USA ਭੇਜਣਾ ਚਾਹੁੰਦੇ ਹਾਂ, ਉਹ ਆ ਸਕਦਾ? ਹਾਂਜੀ, ਜੇ ਉਹ US ਸਿਟੀਜ਼ਨ ਹੈਗਾ
ਤਾਂ ਇੱਥੇ ਆ ਸਕਦਾ, ਆ ਕੇ ਉਹਨੂੰ ਥੋੜ੍ਹਾ ਆਪਣਾ ਡੋਮੀਸਾਈਲ ਵਗੈਰਾ ਸ਼ੋਅ ਕਰਨਾ ਪਊਗਾ। ਜਦੋਂ ਉਹ ਕਰ ਦੂਗਾ ਤਾਂ ਫਿਰ ਜਿਹੜੀਆਂ ਉਹ ਮਤਲਬ US ਪੜ੍ਹ ਵੀ ਸਕਦਾ, ਨਾਲੇ ਉਹਦੀ ਜਿਹੜੀ ਇੰਟਰਨੈਸ਼ਨਲ ਫੀਸ ਵਗੈਰਾ ਹੈਗੀ ਆ ਉਹਦੇ ਵਿੱਚ ਵੀ ਮਾਫੀ ਹੋ ਸਕਦੀ ਆ। ਪਰ ਇੱਥੇ ਉਹਨੂੰ ਆਪਣੇ ਆਪ ਨੂੰ ਡੋਮੀਸਾਈਲ ਸ਼ੋਅ ਕਰਨਾ ਪੈਣਾ। ਜੇ ਉਹ ਰਿਹਾ ਹੀ ਨਹੀਂ ਕਦੇ ਅਮਰੀਕਾ 'ਚ, ਇਕੱਲਾ ਸਿਟੀਜ਼ਨ ਹੀ ਆ, ਤਾਂ ਉਹ ਇਨਫ ਨਹੀਂ ਹੈਗਾ, ਉਹਨੂੰ ਕਰਨਾ ਪੈਣਾ। ਅਗਲਾ ਸਵਾਲ ਹੈ ਜੀ ਕਿ ਮੈਂ ਲਾਸਟ ਈਅਰ ਮੈਕਸੀਕੋ ਥਰੂ ਆਇਆ, ਉਹਨਾਂ ਮੈਨੂੰ ਸੁਪਰਵਿਜ਼ਨ 'ਤੇ ਪਾਤਾ। ਹਰ ਮਹੀਨੇ ਆਈਸ ਦੇ ਕੋਲ ਹਾਜ਼ਰੀ ਲੱਗਦੀ ਆ ਅਤੇ ਮੇਰਾ ਜਿਹੜਾ ਵਰਕ ਪਰਮਿਟ ਵੀ ਆ ਗਿਆ, ਸੁਪਰਵਿਜ਼ਨ ਨਹੀਂ ਮੁੱਕ ਰਹੀ। ਇਹ ਉਹਨਾਂ ਦੀ ਮਰਜ਼ੀ ਹੈ ਜੀ ਆਈਸ ਵਾਲਿਆਂ ਦੀ। ਕਈਆਂ ਨੂੰ ਤਾਂ ਉਹ ਜਿਹੜੀ ਸੁਪਰਵਿਜ਼ਨ ਜਲਦੀ ਮੁੱਕ ਜਾਂਦੀ ਹੈ, ਕਈਆਂ ਨੂੰ ਉਹ ਟਾਈਮ ਲਾਉਂਦੇ ਆ। ਸੋ ਇਹਦੇ ਮਤਲਬ ਕਰਕੇ ਇਹ ਡਿਪੈਂਡ ਉਹਨਾਂ 'ਤੇ ਕਰੇਗਾ। ਸੋ ਜੇ ਸੁਪਰਵਿਜ਼ਨ 'ਤੇ ਉਹਨਾਂ ਨੇ ਪਾਇਆ, ਉਹਨਾਂ ਨਾਲ ਗੱਲ ਕਰੋ ਤੁਸੀਂ, ਜਾਂ ਤੁਹਾਡਾ ਜਿਹੜਾ ਵਕੀਲ ਉਹ ਗੱਲ ਕਰੇ, ਉਹਦੇ ਨਾਲ ਮਸਲਾ ਹੱਲ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ US ਸਿਟੀਜ਼ਨ ਦੇ ਪੇਰੈਂਟਸ ਲਈ ਕਿਹੜਾ ਕੇਸ ਅਪਲਾਈ ਹੁੰਦਾ? US ਸਿਟੀਜ਼ਨ ਦੇ ਪੇਰੈਂਟ ਵਾਸਤੇ I-130 ਪਟੀਸ਼ਨ ਕੀਤੀ ਜਾਂਦੀ ਹੈ ਜੀ, ਜਿਹੜੀ ਹੁੰਦੀ ਰਿਲੇਟਿਵ ਪਟੀਸ਼ਨ, ਅਤੇ ਉਹ ਕਰਕੇ ਉਹ 'ਚ ਕੋਈ ਕਿਉਂਕਿ ਫਸਟ ਪ੍ਰੈਫਰੈਂਸ ਕੈਟੇਗਰੀ ਆ, ਸੋ ਵੇਟਿੰਗ ਪੀਰੀਅਡ ਨਹੀਂ ਹੈਗਾ, ਪਰ ਫਿਰ ਵੀ ਅੱਜ ਕੱਲ੍ਹ ਉਹਨੂੰ ਆਲਮੋਸਟ 1.5 ਤੋਂ 2 ਸਾਲ ਜਿਹੜੇ ਲੱਗ ਰਹੇ ਆ। ਅਗਲਾ ਸਵਾਲ ਹੈ ਜੀ ਕਿ ਮੇਰੀ ਵਾਈਫ US ਸਿਟੀਜ਼ਨ ਆ, ਉਹਨੇ I-130 ਮਾਰਚ 22 'ਚ ਅਪਲਾਈ ਕੀਤੀ ਸੀ, ਅਪਰੂਵਲ ਨੂੰ ਟਾਈਮ ਲੱਗ ਰਿਹਾ, ਅਤੇ ਮੈਂ ਹੁਣ ਆਸਟ੍ਰੇਲੀਅਨ ਸਿਟੀਜ਼ਨ ਬਣ ਗਿਆ, ਅਤੇ ਕੀ ਮੈਂ ਟਰੈਵਲ ਕਰ ਸਕਦਾ? ਟਰੈਵਲ ਤਾਂ ਤੁਸੀਂ ਕਰ ਸਕਦੇ ਹੋ, ਪਰ ਇਹ ਹੁੰਦਾ ਕਿ ਜੇ ਤੁਹਾਨੂੰ ਐਂਟਰੀ ਦੇਣ, ਜਿਹੜੀ ਪਟੀਸ਼ਨ ਕੀਤੀ ਹੋਈ ਆ ਆਲਰੇਡੀ, ਉਹ ਪਟੀਸ਼ਨ ਜਿਹੜੀ ਆ ਉਹਨੂੰ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਇਹ ਸਾਡੇ ਜਿਹੜੇ ਪੇਪਰ ਨੇ ਉਹ ਕਹਿੰਦੇ F3 ਦੇ ਇਹ ਸਬਮਿਟ ਹੋ ਰਹੇ ਆ, ਦਸੰਬਰ 2021 ਦੇ ਵਿੱਚ ਸਬਮਿਟ ਹੋਏ ਆ, ਪ੍ਰਾਇਓਰਟੀ ਡੇਟ 2009 ਦੀ ਹੈ, ਕਿੰਨਾ ਟਾਈਮ ਲੱਗੂਗਾ? ਮੇਰੇ ਕੋਲ ਵੀਜ਼ਾ ਬੁਲਟਨ ਜੂਨ ਦਾ ਪਿਆ, ਮੈਂ ਲਾਸਟ ਟਾਈਮ ਵੀ ਡਿਸਕਸ ਕੀਤਾ ਸੀਗਾ ਡਿਟੇਲ ਦੇ ਵਿੱਚ, ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਦਾ ਕਿ ਵੀਜ਼ਾ ਬੁਲਟਨ ਜਿਹੜਾ ਜੂਨ ਦਾ, ਇਹਦੇ ਮੁਤਾਬਕ ਜੀ ਜਿਹੜੀ ਹੈਗੀ ਆ ਉਹ F4 ਕੈਟੇਗਰੀ ਜਿਹੜੀ ਭਰਾ ਭੈਣ ਦੀ ਆ, ਉੱਥੇ ਚੱਲ ਰਿਹਾ ਜੀ 15 ਸਤੰਬਰ 2005। F3 ਜਿਹੜੀ ਕਿ ਮੈਰਿਡ ਬੱਚਿਆਂ ਦੀ ਕੈਟੇਗਰੀ ਆ, ਤਾਂ ਉਹਨਾਂ ਦੇ ਬੱਚਿਆਂ ਦੀ ਸਿਟੀਜ਼ਨ ਦੀ ਉੱਥੇ ਚੱਲ ਰਿਹਾ 8 ਦਸੰਬਰ 2008। F2B ਗ੍ਰੀਨ ਕਾਰਡ ਹੋਲਡਰ ਦੇ ਓਵਰ 21 22 ਸਤੰਬਰ 2015। F2A ਗ੍ਰੀਨ ਕਾਰਡ ਹੋਲਡਰ ਹਸਬੈਂਡ ਵਾਈਫ ਅਤੇ ਛੋਟੇ ਬੱਚਿਆਂ ਦੀ, ਉਹ ਹੈਗੀ 8 ਸਤੰਬਰ 2020। ਅਤੇ F1 ਹੈਗੀ ਆ ਜੀ 15 ਦਸੰਬਰ 2014, ਜਿੱਥੇ NVC ਪੇਪਰ ਮੰਗ ਰਹੀ ਆ। F4 ਦੇ ਹੈਗੇ ਆ ਜੀ 22 ਫਰਵਰੀ 2006। F3 'ਚ ਹੈਗੇ 8 ਫਰਵਰੀ 2010। F2B 'ਚ 1 ਜਨਵਰੀ 2017। F2A ਕਰੰਟ ਆ, ਅਤੇ F1 'ਚ 1 ਜਨਵਰੀ 2017। ਸੋ ਤੁਹਾਡਾ ਜਿਹੜਾ ਕੇਸ ਆ, ਤੁਸੀਂ ਕਹਿੰਦੇ F3 ਕੈਟੇਗਰੀ ਦਾ ਆ, ਅਤੇ ਇਹਦੇ 'ਚ 2021 ਤੁਹਾਡੇ ਪੇਪਰ ਆ, ਜਿਹੜੀ ਪ੍ਰਾਇਓਰਟੀ 2009 ਦੀ ਆ, ਟਾਈਮ ਲੱਗੂਗਾ ਜੀ, ਅਜੇ ਸਟਿਲ 2008 ਚੱਲ ਰਿਹਾ, ਅਤੇ ਇਹਦੇ 'ਚ ਟਾਈਮ ਜਿਹੜਾ ਹੈਗਾ ਉਹ ਲੱਗੇਗਾ। ਇਹਦੇ ਸਿਲਸਿਲੇ ਜੀ ਤੁਹਾਨੂੰ ਮੈਂ ਦੱਸਦਾ ਕਿ ਸਾਡੀ ਮਤਲਬ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀ ਸੈਨੇਟਰ ਕੋਰੀ ਬੁੱਕਰ ਦੇ ਨਾਲ। ਉਹ ਹੋਮਲੈਂਡ ਸਿਕਿਉਰਿਟੀ ਜਿਹੜੀ ਕਮੇਟੀ ਹੈਗੀ ਸੈਨੇਟ ਦੀ, ਉਹਦੇ ਮੈਂਬਰ ਨੇ, ਜੁਡੀਸ਼ਰੀ ਕਮੇਟੀ ਦੇ ਵੀ ਮੈਂਬਰ ਨੇ, ਕਾਫੀ ਇੰਪੋਰਟੈਂਟ ਸੈਂਟਰ ਨੇ ਨਿਊ ਜਰਸੀ ਤੋਂ, ਅਤੇ ਉਹਨਾਂ ਨਾਲ ਮੈਂ ਇਹ ਸਾਰੇ ਇਸ਼ੂ ਜਿਹੜੇ ਰੇਜ਼ ਕੀਤੇ ਸੀ ਬੈਕਲੌਗ ਵਗੈਰਾ ਦੇ। ਹੁਣ ਫੋਲੋਅਪ ਮੀਟਿੰਗ ਸਾਡੀ ਅਗਸਤ ਦੇ ਵਿੱਚ ਹੈਗੀ ਆ, ਉਹ 'ਚ ਅਸੀਂ ਟਰਾਈ ਕਰ ਰਹੇ ਹਾਂ। ਸਾਡੇ 2-3 ਇਸ਼ੂਜ਼ ਨੇ, ਇੱਕ ਤਾਂ ਜਿਹੜਾ ਬੈਕਲੌਗ ਹੈ ਇਹਨੂੰ ਕੱਢੋ, ਦੂਜਾ ਇਹ ਹੈਗਾ ਕਿ ਐਮਬੈਸੀ ਜਿਹੜੀ ਆਪਣੇ ਪੰਜਾਬੀਆਂ ਲਈ ਇੰਟਰਵਿਊ ਜੇ ਦਿੱਲੀ 'ਚ ਹੋ ਜਾਵੇ ਜ਼ਿਆਦਾ ਬੈਟਰ ਆ। ਸੋ ਇਸ ਕਿਸਮ ਦੀਆਂ ਗੱਲਾਂ, ਬਾਕੀ ਕੁਝ ਹੋਰ ਇਸ਼ੂ ਸੀ ਵਰਕ ਪਰਮਿਟ ਵਗੈਰਾ ਦੇ, ਉਹ ਵੀ ਚੱਕੇ ਆ, ਅਤੇ ਉਹਨਾਂ ਦੇ ਨਾਲ ਫਿਰ ਜਿਹੜੀ ਅਗਲੀ ਮੀਟਿੰਗ ਸਾਡੀ ਹੋਏਗੀ, ਇਹ 'ਤੇ ਅਸੀਂ ਵੀ ਟਰਾਈ ਪੂਰੀ ਜਿਹੜੀ ਆ ਉਹ ਕਰ ਰਹੇ ਹਾਂ। ਅਗਲਾ ਸਵਾਲ ਹੈ ਜੀ ਕਿ ਜਿਹੜਾ ਹੈਗਾ ਇਹ ਦੱਸੋ ਕਿ ਮੇਰਾ ਜਿਹੜਾ ਹੈਗਾ ਵੇਟ ਟਾਈਮ F4 ਕੈਟੇਗਰੀ ਦੇ ਵਿੱਚ ਕਿੰਨਾ ਆ, ਅਤੇ ਇਹਨੂੰ ਕਿੰਨਾ ਵੇਟ ਟਾਈਮ? ਕਾਫੀ ਜ਼ਿਆਦਾ ਜੀ F4 ਦੇ ਵਿੱਚ 2000 ਅਜੇ ਤਾਂ ਉੱਥੇ 5 ਹੀ ਚੱਲੀ ਜਾਂਦਾ, ਅਤੇ ਅਜੇ ਕੋਈ ਜ਼ਿਆਦਾ ਸਿਗਨੀਫਿਕੈਂਟ ਮੂਵਮੈਂਟ ਜਿਹੜੀ ਨਹੀਂ ਹੈ, ਪਰ ਇੰਟਰਵਿਊਆਂ ਵਗੈਰਾ ਹੁਣ ਅਜੇ ਆ ਰਹੀਆਂ ਨੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੈਂ ਆਪਣੇ ਪੇਰੈਂਟਸ ਦੀ ਪਟੀਸ਼ਨ ਅਪਲਾਈ ਕੀਤੀ ਸੀ। ਮੇਰੇ ਫਾਦਰ ਨੇ 20 ਸਾਲ ਪਹਿਲਾਂ UK ਤੋਂ ਡਿਪੋਰਟ ਹੋਏ ਸੀ, ਉਹਨਾਂ ਦਾ ਕ੍ਰਿਮੀਨਲ ਰੈਕਡ ਵੀ ਹੈਗਾ, ਪੋਲੀਟੀਕਲ ਸਟੇ ਵੀ ਅਪਲਾਈ ਕੀਤੀ ਸੀ। ਇਹਦਾ ਫਰਕ ਪਏਗਾ ਜੀ, ਕਿਉਂਕਿ ਜੇ ਇੱਦਾਂ ਦਾ ਰੈਕਡ ਹੋਵੇ ਤਾਂ ਫਿਰ ਜਿਹੜੀ ਪਟੀਸ਼ਨ 'ਤੇ ਫਰਕ ਪੈਂਦਾ, ਤਾਂ ਇਹ 'ਤੇ ਅਸਰ ਤੁਹਾਡਾ ਪਏਗਾ। ਯੂ ਵੀਜ਼ੇ ਦੀ ਅਪਡੇਟ ਦਿਓ। ਯੂ ਵੀਜ਼ਾ ਬਹੁਤ ਸਲੋ ਹੈ ਜੀ, ਵੀਜ਼ਾ ਨੰਬਰ ਬੜੇ ਘੱਟ ਨੇ। ਮੈਂ ਇੱਕ ਤੁਹਾਨੂੰ ਪਿਛਲੀਆਂ ਵੀਡੀਓ ਦੱਸਿਆ ਕਿ ਵੀਜ਼ਾ ਨੰਬਰ ਘੱਟ ਹੋਣ ਕਰਕੇ ਇੱਕ ਬਿੱਲ ਰੱਖਿਆ ਗਿਆ ਹੈਗਾ ਹਾਊਸ ਦੇ ਵਿੱਚ, ਸੈਨੇਟ 'ਚ, ਕਿ ਇਹਦੇ ਵੀਜ਼ਾ ਨੰਬਰ ਵਧਾਏ ਜਾਣ। ਵੀਜ਼ਾ ਨੰਬਰ ਥੋੜ੍ਹੇ ਆ, ਐਪਲੀਕੈਂਟ ਜ਼ਿਆਦਾ, ਉਹਦੇ ਕਰਕੇ ਡਿਲੇ ਬਹੁਤ ਜ਼ਿਆਦਾ, ਅਤੇ ਇਸ ਕਰਕੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ, ਅਤੇ ਇਹਦੇ 'ਚ ਕਾਫੀ ਜ਼ਿਆਦਾ ਟਾਈਮ ਜਿਹੜਾ ਉਹ ਲੱਗ ਰਿਹਾ। 2006 'ਚੋਂ ਕਹਿੰਦੇ ਅਸੀਂ F4 'ਤੇ ਕੇਸ ਲਾਇਆ ਸੀ ਭਰਾ ਭੈਣ ਕੈਟੇਗਰੀ 'ਚ, ਉਹਦੇ ਬਾਰੇ ਕੁਝ ਦੱਸੋ। ਅਜੇ 2005 ਚੱਲ ਰਿਹਾ ਜੀ, ਇਹਨੂੰ ਟਾਈਮ ਜਿਹੜਾ ਉਹ ਲੱਗੇਗਾ। ਇੱਕ ਸਵਾਲ ਹੈ ਜੀ ਕਿ ਗਾਰਡੀਅਨਸ਼ਿਪ ਵਾਲਿਆਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ? ਹਾਂਜੀ ਮਿਲ ਜਾਂਦਾ। ਜਿਹੜਾ ਗਾਰਡੀਅਨਸ਼ਿਪ ਦਾ ਕੇਸ ਆ, ਖਾਸ ਕਰਕੇ ਕੈਲੀਫੋਰਨੀਆ ਜਾਂ ਨਿਊਯਾਰਕ ਵਾਲੀ ਜਿਹੜੀਆਂ ਸਟੇਟਾਂ ਨੇ, ਇਹ 'ਚ 21 ਸਾਲ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਬੱਚੇ ਦੀ। ਜੇ ਕੋਈ ਉਹਨੂੰ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਗਾਰਡੀਅਨ ਬਣਦਾ, ਉਹ ਪਹਿਲਾਂ ਜਿਹੜੀ ਲੋਕਲ ਕੋਰਟ ਆ, ਜਿੱਥੇ ਕਿ ਜਿਹੜੀ ਪ੍ਰਾਈਵੇਟ ਕੋਰਟ ਹੁੰਦੀ ਆ, ਉੱਥੇ ਜਾਂਦਾ, ਜਾਂ ਜਿਹੜੀ ਸੁਪੀਰੀਅਰ ਕੋਰਟ ਆ, ਜਿੱਥੇ ਆ ਡਿਵੋਰਸ ਵਗੈਰਾ ਦੇ ਕੇਸ ਲੱਗਦੇ, ਫੈਮਿਲੀ ਕੇਸ। ਉਸ ਤੋਂ ਬਾਅਦ ਜਦੋਂ ਕੇਸ ਉਹ ਅਪਰੂਵ ਹੋ ਜਾਂਦਾ, ਫਿਰ ਉਹ ਇਮੀਗ੍ਰੇਸ਼ਨ ਜਾਂਦਾ,
ਉੱਥੇ I-360 ਤੇ I-485 ਫਾਰਮ ਭਰੇ ਜਾਂਦੇ ਆ ਤੇ ਉਹ ਭਰ ਕੇ ਉੱਥੇ ਜਿਹੜਾ ਗ੍ਰੀਨ ਕਾਰਡ ਦਾ ਪ੍ਰੋਸੈਸ ਹੋ ਜਾਂਦਾ। ਅਗਲੀ ਇਹ ਹੈਗੀ ਆ ਜੀ ਕਿ RFE ਦਾ ਰਿਸਪੌਂਸ ਕਦ ਤੱਕ ਆਉਂਦਾ। ਇਹ ਡਿਪੈਂਡ ਕਰਦਾ ਜੀ ਕਦ ਤੱਕ ਆਉਂਦਾ, ਇਹਨੂੰ ਟਾਈਮ ਲੱਗ ਜਾਂਦਾ ਤੇ ਇਹਦੇ 'ਚ ਜਿਹੜਾ ਹੈਗਾ ਉਹ ਕਈ ਵਾਰੀ 2 ਮਹੀਨੇ ਵੀ ਲੱਗ ਸਕਦੇ, 4 ਵੀ ਲੱਗ ਸਕਦੇ, ਉਹਨਾਂ ਦੀ ਮਰਜ਼ੀ ਹੈ। ਕੀ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹ ਫਲਾਈ ਕਰ ਸਕਦੇ ਡੋਮੈਸਟਿਕਲੀ? ਹਾਂ, ਡੋਮੈਸਟਿਕਲੀ ਅਮਰੀਕਾ ਦੇ ਵਿੱਚ ਕਰ ਸਕਦੇ ਆ ਜੇ ਉਹਨਾਂ ਕੋਲੇ ਪਾਸਪੋਰਟ ਵਗੈਰਾ ਜਾਂ ਕੋਈ ਡਾਕੂਮੈਂਟ ਹੈਗੇ ਆ, ਪਰ ਕੰਟਰੀ ਆਊਟ ਨਹੀਂ ਕਰ ਸਕਦੇ। ਜੇ ਆਊਟ ਕਰਨਗੇ ਤਾਂ ਉਹਨਾਂ ਨੂੰ ਪ੍ਰੋਬਲਮ ਆ ਜਾਏਗੀ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਦੇ ਵਿੱਚ ਇਹਨੂੰ ਫਾਸਟ ਦੇਖੋ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਜੋ ਵੀ ਸਾਡੀ ਹੁੰਦੀ ਕਰਦੇ ਹਾਂ, ਪਰ ਗੌਰਮੈਂਟ ਦੇ ਡਿਸੀਜਨ ਨੇ। F4 ਇੱਕਦਮ ਸਲੋ ਨਹੀਂ ਹੋਈ, ਇਹਦੇ ਪਿੱਛੇ ਕਈ ਕਾਰਨ ਨੇ। ਪਹਿਲਾਂ ਜਿਵੇਂ ਤੁਹਾਨੂੰ ਪਤਾ ਆਪਣਾ ਜਿਹੜਾ ਹੈਗਾ ਉਹ ਕਰੋਨਾ ਆ ਗਿਆ, ਉਹਦੇ ਕਰਕੇ ਹੋ ਗਈ। ਫਿਰ ਜਿਹੜਾ ਟਰੰਪ ਨੇ ਬੈਨ ਲਾਤਾ, ਉਹ ਬੈਨ ਲਾਈ ਰੱਖਿਆ ਸਾਲ ਡੇਢ ਸਾਲ, ਉਹਦੇ ਕਰਕੇ ਆ ਇਹ। ਬਾਕੀ ਇਹ ਆ ਵੀ ਸਾਰੀ ਕੋਸ਼ਿਸ਼ ਕਰ ਰਹੇ, ਅਸੀਂ ਵੀ ਕਰ ਰਹੇ ਹਾਂ, ਹੋਰ ਜਿਹੜੀਆਂ ਸਾਰੀਆਂ ਇੱਥੇ ਬਥੇਰੀਆਂ ਇਮੀਗ੍ਰੇਸ਼ਨ ਦੀਆਂ ਆਰਗੇਨਾਈਜੇਸ਼ਨਸ ਨੇ ਉਹ ਵੀ ਕਰ ਰਹੀਆਂ ਨੇ, ਪਰ ਉਹ ਟਾਈਮ ਜਿਹੜਾ ਉਹ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਕੇਸ ਮੇਰਾ ਨਹੀਂ ਓਪਨ ਹੋਇਆ, ਸਾਇਲੈਂਟ ਕਲੌਕ ਚੱਲ ਰਿਹਾ। ਜੇ ਚੱਲ ਰਿਹਾ ਤੁਹਾਨੂੰ ਵਰਕ ਪਰਮਿਟ ਮਿਲ ਜੂਗਾ ਜੀ। ਕੇਸ ਨਹੀਂ ਵੀ ਓਪਨ ਹੋਇਆ, ਸਾਇਲੈਂਟ ਕਲੌਕ 'ਤੇ ਵਰਕ ਪਰਮਿਟ ਜਿਹੜਾ ਉਹ ਮਿਲ ਜਾਂਦਾ। ਅਗਲਾ ਸਵਾਲ ਹੈ ਜੀ ਕਿ ਤੁਸੀਂ ਐਡਰੈਸ ਦਿਓ, ਤੁਹਾਨੂੰ ਕਿੱਥੇ ਕੰਟੈਕਟ ਕਰੀਏ? ਤੁਹਾਨੂੰ ਅਸੀਂ ਐਡਰੈਸ ਵੀਡੀਓ ਥੱਲੇ ਲਿਖ ਕੇ ਭੇਜ ਰਹੇ ਹਾਂ ਜੀ। ਸਾਡਾ ਨਿਊਯਾਰਕ ਆਫਿਸ ਦਾ, ਫ੍ਰਿਜ਼ਨੋ ਆਫਿਸ ਦਾ, ਫਰੀਮੌਂਟ ਆਫਿਸ ਦਾ ਤੇ ਜਿਹੜਾ ਹੈਗਾ ਉਹ ਸੈਕਰਾਮੈਂਟੋ ਆਫਿਸ ਦਾ ਤੇ ਨਿਊ ਜਰਸੀ ਦਾ। ਉੱਥੇ ਐਡਰੈਸ ਜਿਹੜੇ ਹੈਗੇ ਤੁਹਾਨੂੰ ਲਿਖ ਕੇ ਭੇਜ ਰਹੇ ਹਾਂ ਤੇ ਉਹਨਾਂ ਦੇ ਫ਼ੋਨ ਨੰਬਰ ਵੀ ਹੈਗੇ ਆ, ਤੁਸੀਂ ਉੱਥੇ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ। ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਸਿਟੀਜ਼ਨਸ਼ਿਪ ਦੇ ਕੇਸਾਂ ਦੀ ਕੀ ਅਪਡੇਟ ਆ। ਸਿਟੀਜ਼ਨਸ਼ਿਪ ਦੇ ਕੇਸਾਂ ਦੀ ਅਪਡੇਟ ਹੈਗੀ ਆ ਜੀ, ਤੇ ਉਹਦੇ ਵਿੱਚ ਬੇਸਿਕਲੀ ਇਹ ਆ ਕਿ ਜਿਹੜੇ N648 ਫਾਰਮ ਐਕਸੈਪਟ ਹੋ ਰਹੇ ਆ ਲੋਕਾਂ ਦੇ, ਜਿਵੇਂ ਜਿਹੜੇ ਡਾਕਟਰ ਦੀ ਬੇਸ 'ਤੇ ਕਰਦੇ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਤੇ ਸਾਡੀਆਂ 2 ਡੇਟਾਂ ਸੀਗੀਆਂ ਪਿਛਲੇ ਵੀ ਸਿਟੀਜ਼ਨਸ਼ਿਪ ਦੀਆਂ, ਉਹ ਵੀ ਅਪਰੂਵ ਹੋਈਆਂ, ਸੋ ਐਕਸੈਪਟ ਕਰ ਰਹੇ ਆ। ਤੇ ਜਿਹੜੇ ਟੈਸਟ ਵਗੈਰਾ ਹੁੰਦੇ ਆ ਉਹਦੇ ਵਿੱਚ ਵੀ ਜਿਹੜੇ ਬੰਦੇ ਆ ਉਹ ਹੁਣ ਇੰਟਰਵਿਊਆਂ ਜਿਹੜੀਆਂ ਉਹ ਛੇਤੀ ਆ ਰਹੀਆਂ ਨੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਕੋਈ ਕੇਸ ਇੰਟਰਕਾਸਟ ਮੈਰਿਜ ਦਾ ਚੱਲ ਪੈਂਦਾ ਤਾਂ ਅਸਾਈਲਮ, ਦੇਖੋ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਦੇ ਵਿੱਚ ਕੇਸ ਹੋਣਾ ਚਾਹੀਦਾ। ਉਹਨਾਂ ਦੇ ਵਿੱਚ ਹੈਗਾ ਪੋਲੀਟੀਕਲ ਓਪੀਨੀਅਨ, ਮੈਂਬਰਸ਼ਿਪ ਇਨ ਅ ਪਰਟੀਕੂਲਰ ਸੋਸ਼ਲ ਗਰੁੱਪ, ਰੇਸ, ਰਿਲੀਜਨ, ਨੈਸ਼ਨੈਲਿਟੀ, ਇਸ ਕਿਸਮ ਦੇ ਗਰਾਊਂਡ ਨੇ, ਉਹਨਾਂ 'ਚ ਹੋਣਾ ਚਾਹੀਦਾ ਕੇਸ। ਬਾਕੀ ਜੇ ਉਹਨਾਂ ਦੇ ਵਿੱਚ ਹੈਗਾ ਤਾਂ ਇਹ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਆਈਸ ਵਾਲਿਆਂ ਤੋਂ ਪਾਸਪੋਰਟ ਕਿਵੇਂ ਵਾਪਸ ਲਿਆ ਜਾਵੇ। ਆਈਸ ਵਾਲੇ ਪਾਸਪੋਰਟ ਇੱਦਾਂ ਨਹੀਂ ਦਿੰਦੇ ਜਦ ਤੱਕ ਕੇਸ ਪਾਸ ਨਹੀਂ ਹੁੰਦਾ, ਪਰ ਕਈ ਵਾਰੀ ਜੇ ਤੁਸੀਂ ਰਿਕੁਐਸਟ ਕਰੋ, ਕੋਈ ਤੁਹਾਨੂੰ ਲੋੜ ਆ, ਕੋਈ ਐਮਰਜੈਂਸੀ ਮੈਡੀਕਲ ਰੀਜ਼ਨ ਜਾਂ ਹੋਰ, ਤਾਂ ਦੇ ਵੀ ਦਿੰਦੇ ਆ, ਪਰ ਆਮ ਤੌਰ 'ਤੇ ਉਹ ਕੇਸ ਪਾਸ ਹੋਣ ਤੋਂ ਪਹਿਲਾਂ ਨਹੀਂ ਦਿੰਦੇ। ਇੱਕ ਸਵਾਲ ਹੈਗਾ ਕਿ ਤੁਹਾਡਾ ਫ੍ਰਿਜ਼ਨੋ 'ਚ ਆਫਿਸ ਹੈਗਾ? ਬਿਲਕੁਲ ਹੈਗਾ ਜੀ। ਉਹਦਾ ਜਿਹੜਾ ਐਡਰੈਸ ਹੈਗਾ ਉਹ ਹੈਗਾ 1625 ਈਸਟ ਸ਼ਾਹ ਐਵਨਿਊ, ਤੇ ਫ਼ੋਨ ਨੰਬਰ ਵੀ ਹੈਗਾ 5592711155। ਤੁਹਾਨੂੰ ਅਸੀਂ ਉਹ ਜਿਹੜਾ ਲਿਖ ਕੇ ਥੱਲੇ ਇਹਦੇ ਮਤਲਬ ਵੀਡੀਓ ਦੇ ਸਾਰੇ ਐਡਰੈਸ ਆ ਰਹੇ ਆ। ਤੇ ਫ੍ਰਿਜ਼ਨੋ ਵਾਲੇ ਆਫਿਸ ਸਾਡਾ ਮੰਡੇ ਟੂ ਫਰਾਈਡੇ ਜਿਹੜਾ ਖੁੱਲ੍ਹਾ ਹੁੰਦਾ, ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ B1 B2 ਤੇ ਬੰਦਾ ਇੱਥੇ ਅਮਰੀਕਾ 'ਚ ਕੰਮ ਕਰ ਸਕਦਾ? ਨਹੀਂ ਕਰ ਸਕਦਾ ਜੀ। ਜਿਹੜਾ B1 B2 ਵੀਜ਼ਾ ਹੁੰਦਾ ਇਹ 'ਤੇ ਬੰਦਾ ਆ ਸਕਦਾ, ਘੁੰਮ ਫਿਰ ਸਕਦਾ, ਪਰ ਕੰਮ ਨਹੀਂ ਕਰ ਸਕਦਾ। ਸੋ ਇਹ ਕੰਮ ਵਾਸਤੇ ਵੀਜ਼ਾ ਨਹੀਂ। ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰੀ ਫੇਰ ਮਿਲਾਂਗੇ ਇਸੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।